Hello students, myself Sarita Devi, biology lecturer, Government Girls Senior Secondary School Jandiala. Today we will study 4th unit, that is biotechnology, from 12th class biology. Here we will study two chapters, that is chapter 11th biotechnology, biotechnology the principles or processes, or 12th chapter is the biotechnology and its applications. ਸੋ ਸਭ ਤੋਂ ਪਹਿਲਾਂ ਅਸੀਂ ਇਹਦੀ ਡੈਫੀਨੇਸ਼ਨ ਕਰਾਂਗੇ ਬਾਇਓਟੈਕਨੋਲੋਜੀ ਦੀ। ਸੋ ਬਾਇਓਟੈਕਨੋਲੋਜੀ, ਵਾਟ ਇਜ਼ ਬਾਇਓਟੈਕਨੋਲੋਜੀ? ਇੱਕ ਬਾਇਓਟੈਕਨੋਲੋਜੀ ਡੀਲਸ ਵਿਦ ਟੈਕਨੀਕਸ, ਇਸ ਤਰ੍ਹਾਂ ਦੀ ਟੈਕਨੀਕਸ ਯੂਟੀਲਾਈਜ਼ ਕੀਤੀਆਂ ਜਾਂਦੀਆਂ ਜਿਸ ਦੇ ਵਿੱਚ ਯੂਜ਼ਿੰਗ ਲਾਈਵ ਔਰ ਲਿਵਿੰਗ ਔਰਗਨਿਜ਼ਮਸ ਨੂੰ ਯੂਜ਼ ਕੀਤਾ ਜਾਂਦਾ ਹੈ ਜਾਂ ਉਹਨਾਂ ਦੀਆਂ ਐਂਜ਼ਾਈਮਸ ਨੂੰ ਯੂਜ਼ ਕੀਤਾ ਜਾਂਦਾ ਹੈ ਟੂ ਪ੍ਰੋਡਿਊਸ ਪ੍ਰੋਡਕਟਸ which are useful for the human mankind ਜਾਂ ਹਿਊਮਨਸ ਲਈ ਬੈਨੀਫਿਸ਼ੀਅਲ ਹੋਏਗਾ। ਸੋ ਅਰਲੀਅਰ ਵੀ ਅਸੀਂ ਮਾਈਕਰੋ ਔਰਗਨਿਜ਼ਮਸ ਦੀ ਯੂਜ਼ ਕਰਦੇ ਹਾਂ, ਲਾਈਕ ਇਨ ਦਾ ਲਾਸਟ ਚੈਪਟਰ ਅਸੀਂ ਪੜ੍ਹਿਆ ਸੀ ਮਾਈਕਰੋਬਸ ਫॉर ਹਿਊਮਨ ਵੈਲਫੇਅਰ, ਕਰਡ ਬਣਾਉਣ ਲਈ, ਬ੍ਰੈਡ ਬਣਾਉਣ ਲਈ, ਵਾਈਨ ਲਈ। ਬਟ ਦੀਸ ਮਾਈਕਰੋਬਸ ਜਿਹੜੇ ਅਸੀਂ ਯੂਜ਼ ਕਰਦੇ ਹਾਂ ਉਹਦੇ ਵਿੱਚ ਕੋਈ ਅਲਟਰੇਸ਼ਨਸ ਜੈਨੇਟਿਕ ਲੈਵਲ 'ਤੇ ਨਹੀਂ ਕੀਤੀ ਜਾਂਦੀ। ਬਟ ਇਨ ਬਾਇਓਟੈਕਨੋਲੋਜੀ ਦੇਰ ਵਿਲ ਬੀ ਚੇਂਜਿਸ ਇਨ ਦਾ ਜੈਨੇਟਿਕ ਕੌਨਸਟੀਟਿਊਸ਼ਨ। ਸੋ ਇਸ ਦੇ ਵਿੱਚ ਜਿਹੜੀਆਂ ਪ੍ਰੋਸੈਸ ਹੈ ਇਸ ਨੂੰ ਪੂਰੇ ਨੂੰ ਅਸੀਂ ਬਾਇਓਟੈਕਨੋਲੋਜੀ ਕਹਿੰਦੇ ਹਾਂ। ਸੋ ਬਾਇਓਟੈਕਨੋਲੋਜੀ ਇਹਨੂੰ ਯੂਟੀਲਾਈਜ਼ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਹੋਰ ਵਾਈਡਰ ਸੈਂਸ ਦੇ ਵਿੱਚ ਅਸੀਂ ਇਹਨੂੰ ਯੂਟੀਲਾਈਜ਼ ਕਰ ਸਕਦੇ ਹਾਂ। ਟੈਸਟ ਟਿਊਬ ਬੇਬੀ, ਸਿੰਥੇਸਿਸ ਆਫ ਜੀਨਸ ਬਣਾਉਣਾ ਔਰ ਉਹਨਾਂ ਦੀ ਯੂਟੀਲਾਈਜੇਸ਼ਨ ਕਰਨੀ, DNA ਦੀਆਂ ਵੈਕਸੀਨਸ ਬਣਾਉਣੀਆਂ ਜਾਂ ਕਰੈਕਟ ਕਰਨੀਆਂ, ਜਿਸ ਤਰ੍ਹਾਂ ਕਿ ਡਿਫੈਕਟਿਵ ਜੀਨਸ ਹੈ ਉਹਨਾਂ ਨੂੰ ਕਰੈਕਟ ਕਰਨਾ, ਜੀਨ ਥੈਰੇਪੀ। ਇਹ ਸਾਰੀਆਂ ਜਿਹੜੀਆਂ ਪ੍ਰੋਸੈਸਿਸ ਹੈ ਦੈਟ ਆਰ ਇਨਵੋਲਵਡ ਇਨ ਬਾਇਓਟੈਕਨੋਲੋਜੀ, ਜਿਹੜਾ ਕਿ ਅਸੀਂ ਐਪਲੀਕੇਸ਼ਨਸ ਦੇ ਵਿੱਚ ਪੜ੍ਹਾਂਗੇ। ਨਾਓ ਯੂਰਪੀਅਨ ਫੈਡਰੇਸ਼ਨ of biotechnology, that is EFB, has given a definition of biotechnology broader sense ਦੇ ਵਿੱਚ ਜਿਹੜੀ ਦੀ definition ਹੈ according to EFB. So here ਇਹਦੇ according integration of natural science and organisms their cells or parts of their cells are used here, and there are changes at the molecular analogies for the products and services. Integration of natural science means कि bringing together ਸਾਰਿਆਂ ਨੂੰ ਇੱਕ ਇਕੱਠੇ ਲਿਆਣਾ। ਔਰ ਐਨਾਲੋਗੀਸ ਦਾ ਮਤਲਬ ਹੁੰਦਾ ਹੈ ਕਿ ਜਿਸ ਤਰ੍ਹਾਂ ਕਿ DNA ਐਨਾਲੋਗਸ ਹੈ, DNA ਐਂਡ RNA। ਮੋਲੀਕੂਲਰ ਐਨਾਲੋਗਸ ਦੇ ਵਿੱਚ ਚੇਂਜਿਸ ਲਿਆਉਣੀਆਂ, ਦੈਟ ਮੀਨਸ DNA ਔਰ RNA ਦੇ ਵਿੱਚ ਚੇਂਜਿਸ ਲਿਆਉਣੀਆਂ ਔਰ ਉਹਨਾਂ ਤੋਂ ਇਸ ਤਰ੍ਹਾਂ ਦੀਆਂ ਸਰਵਿਸਿਸ ਲੈਣੀਆਂ that are beneficial for human mankind. So this is definition of biotechnology according to European Federation of Biotechnology. Once again, integration of natural science means कि एक bringing together of all the sciences and organisms ਨੂੰ ਯੂਜ਼ ਕਰਨਾ, ਉਹਨਾਂ ਦੇ ਸੈਲਸ ਯੂਜ਼ ਕਰ ਸਕਦੇ, ਉਹਨਾਂ ਦੇ ਪਾਰਟਸ ਯੂਜ਼ ਕਰ ਸਕਦੇ। ਮੋਲੀਕੂਲਰ ਐਨਾਲੋਗਸ ਦੈਟ ਮੀਨਸ DNA ਐਂਡ RNA ਫॉर ਪ੍ਰੋਡਕਟਸ ਐਂਡ ਸਰਵਿਸਿਸ, ਉਹਨਾਂ ਤੋਂ ਪ੍ਰੋਡਕਟਸ ਓਬਟੇਨ ਕਰਨੇ ਔਰ ਹਿਊਮਨਸ ਲਈ ਬੈਨੀਫਿਸ਼ੀਅਲ ਹੋਣ। ਸੋ ਦਿਸ ਇਜ਼ ਦ main definition of European Federation of Biotechnology. So next है what are the principles of biotechnology, ਕਿਹੜੇ ਕਿਹੜੇ principles ਜਿਹੜੇ ਇਨਵੋਲਵ ਹੁੰਦੇ ਆ ਇਹਦੇ ਵਿੱਚ ਬਾਇਓਟੈਕਨੋਲੋਜੀ ਦੇ ਵਿੱਚ। ਫਸਟ among many, two main ਜਿਹੜੀਆਂ ਇਹਦੀਆਂ ਟੈਕਨੀਕਸ enable the birth of biotechnology। ਇੱਕ ਹੈ ਇਹਦੇ ਵਿੱਚ ਜੈਨੇਟਿਕ ਇੰਜੀਨੀਅਰਿੰਗ और दूसरा है स्टेराइल कंडीशंस। सो जेनेटिक इंजीनियरिंग टेक्निक्स टू ऑल्टर द केमिस्ट्री ऑफ जेनेटिक मटीरियल DNA एंड RNA। सो एक कैमिस्ट्री ਇਹਦੇ ਵਿੱਚ ਇਨਵੋਲਵ ਹੁੰਦੀ ਹੈ ਆਫ ਜੈਨੇਟਿਕ ਮਟੀਰੀਅਲਸ ਦੇ ਵਿੱਚ ਚੇਂਜਿਸ ਲਿਆਈਆਂ ਜਾਂਦੀਆਂ
ਮੀਨਸ ਕਿ DNA ਜਾਂ RNA ਦੇ ਵਿੱਚ ਚੇਂਜਿਸ ਲਿਆਉਣੀਆਂ ਹੈ। ਆਪਾਂ ਨੂੰ ਸੈਂਟਰਲ ਡੋਗਮਾ ਦੈਟ ਇਜ਼ ਕਲੀਅਰ ਟੂ ਅਸ, DNA forms RNA, RNA forms proteins, proteins ਜਿਹੜੀਆਂ ਅੱਗੇ ਰਿਸਪੋਂਸੀਬਲ ਫੋਰ phenotype, external appearance of the organisms। ਸੋ ਜੇ ਕੋਈ ਵੀ ਇਹਨਾਂ ਵਿੱਚ ਕੈਮਿਸਟਰੀ ਚੇਂਜ ਹੋ ਜਾਂਦੀ ਹੈ, ਮੀਨਸ ਕਿ DNA or RNA changes, naturally protein will be affected ਔਰ ਜਿਹੜਾ phenotype ਹੈ of that person will change। ਸੋ ਜੈਨੇਟਿਕ ਇੰਜੀਨੀਅਰਿੰਗ ਦੇ ਨਾਲ ਅਸੀਂ ਜਿਹੜੀਆਂ ਪ੍ਰੋਸੈਸ ਬਾਇਓਟੈਕਨੋਲੋਜੀਸ ਦੇ ਪ੍ਰੋਸੈਸਿਸ ਨੂੰ ਕੈਰੀ ਆਊਟ ਕਰ ਸਕਦੇ ਹਾਂ। ਨੈਕਸਟ ਹੈ ਮੇਨਟੇਨੈਂਸ ਆਫ ਸਟਰਾਈਲ ਕੰਡੀਸ਼ਨਸ। ਸਟਰਾਈਲ ਔਰ ਮਾਈਕਰੋਬੀਅਲ ਕੋਈ ਕੰਟੈਮੀਨੇਸ਼ਨ ਨਹੀਂ ਹੋਣੀ ਚਾਹੀਦੀ। Ambience in chemical engineering processes to enable growth of only the desired microorganism। ਜਿਹੜੇ ਅਸੀਂ ਮਾਈਕਰੋਬਸ ਡਿਜ਼ਾਇਰਡ ਹੈ ਜਾਂ ਜਿਨ੍ਹਾਂ ਤੋਂ ਅਸੀਂ ਰਿਜ਼ਲਟਸ ਓਬਟੇਨ ਕਰਨਾ ਚਾਹੁੰਦੇ ਹਾਂ, ਸਿਰਫ ਉਹਨਾਂ ਦੇ ਲਈ ਹੀ ਉਹਨਾਂ ਦੇ ਹੀ ਪ੍ਰੋਡਕਟਸ ਜਾਂ ਉਹਨਾਂ ਦੀਆਂ ਹੀ ਕੁਆਲਿਟੀਜ਼ ਸਾਨੂੰ ਮਿਲਣ। ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਕੰਟੈਮੀਨੇਸ਼ਨ ਜਾਂ ਕੋਈ ਵੀ ਇਸ ਤਰ੍ਹਾਂ ਦੀ ਆਊਟਰ ਮਾਈਕਰੋਬੀਅਲ ਕੰਟੈਮੀਨੇਸ਼ਨ ਨਾ ਹੋਵੇ ਔਰ ਜਿਹੜੀਆਂ ਕੰਡੀਸ਼ਨਸ ਹੈ ਬਿਲਕੁਲ ਸਟਰਾਈਲ ਹੋਣ। ਸੋ ਦੈਟ ਵਿਲ ਗਿਵ ਦਾ ਪ੍ਰੋਪਰ ਪ੍ਰੋਡਕਟਸ ਲਾਈਕ ਜਿਸ ਤਰ੍ਹਾਂ ਕਿ ਐਂਟੀਬਾਇਓਟਿਕਸ, ਵੈਕਸੀਨਸ, ਐਨਜ਼ਾਈਮਸ ਜੋ ਵੀ ਅਸੀਂ ਓਬਟੇਨ ਕਰਨਾ ਚਾਹੁੰਦੇ ਹਾਂ, that is possible if the sterile conditions are maintained। ਸੋ ਐਂਬੀਨੈਂਸ ਦਾ ਜਿਹੜਾ ਹੇਅਰ ਵਰਡ ਜਿਹੜਾ ਯੂਜ਼ ਕੀਤਾ ਗਿਆ ਹੈ, ਦੈਟ ਮੀਨਸ ਸਰਾਊਂਡਿੰਗ ਜਿਹੜੀ ਹੈ ਐਟਮੋਸਫੇਅਰ ਹੈ ਦੈਟ ਸ਼ੁੱਡ ਬੀ ਸਟੋਰਾਈਲ, ਓਨਲੀ ਡਿਜ਼ਾਇਰਡ ਜੀਨ ਇਜ਼ ਏਬਲ ਟੂ ਗਰੋ। ਤਾਂ ਹੀ ਅਸੀਂ ਜਿਹੜੇ ਬਾਇਓਲੋਜੀਕਲ ਪ੍ਰੋਡਕਟਸ ਹੈ ਉਹਨਾਂ ਨੂੰ ਸਹੀ ਓਬਟੇਨ ਕਰ ਸਕਦੇ ਹਾਂ। ਓਨਲੀ ਬੈਕਟੀਰੀਆ ਜਿਹੜਾ ਅਸੀਂ ਗਰੋ ਕਰ ਰਹੇ ਹਾਂ ਜਾਂ ਜਿਹਦੇ ਵਿੱਚ ਸਾਡੀ ਜੋ ਅਸੀਂ ਪ੍ਰੋਡਕਟ ਓਬਟੇਨ ਕਰਨਾ ਚਾਹੁੰਦੇ ਹਾਂ, ਸਿਰਫ ਉਹਦੇ ਹੀ ਰਿਜ਼ਲਟਸ ਸਾਨੂੰ ਮਿਲਣ ਅਤੇ ਸਾਨੂੰ ਜਿਹੜੀਆਂ ਕੰਡੀਸ਼ਨਸ ਹੈ ਦੈਟ ਸ਼ੁੱਡ ਬੀ ਸਟੋਰਾਈਲ, ਦੈਟ ਮੀਨਸ ਦੇਰ ਸ਼ੁੱਡ ਬੀ ਨੋ ਕੰਟੈਮੀਨੇਸ਼ਨ। ਸੋ